ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ HNI ਤੇ ਮੈਂ ਦਲਜੀਤ ਅਜਨੂਆ। ਦੋਸਤੋ, ਅਸੀਂ ਅਕਸਰ ਆਪਣੇ ਮੰਚ ਤੇ ਅਲੱਗ-ਅਲੱਗ ਲੋਕਾਂ ਨੂੰ, ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਆ, ਜਿਹੜੇ ਲੋਕਾਂ ਦੀ ਗੱਲ ਕਰਦੇ ਆ, ਆਵਾਮ ਦੀ ਗੱਲ ਕਰਦੇ ਆ, ਜਨਹਿਤ ਦੀ ਗੱਲ ਕਰਦੇ ਆ। ਪਰ ਅੱਜ ਅਸੀਂ ਇੱਕ ਬਿਲਕੁਲ ਅਲੱਗ ਕੰਟੈਂਟ ਨੂੰ ਲੈ ਕੇ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਕਾਨੂੰਨੀ ਮਾਹਰਾਂ ਨੂੰ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਆ, ਜਿਹਦੇ ਵਿੱਚ ਆਪਾਂ ਸਮਾਜ ਦੀ ਚਿੰਤਾ ਕਰਦੇ ਹਾਂ, ਚਿੰਤਨ ਵੀ ਕਰਾਂਗੇ ਤੇ ਨਾਲ ਦੀ ਨਾਲ ਮਾਹਰਾਂ ਵੱਲੋਂ ਉਹਨਾਂ ਦਾ ਸਮਾਧਾਨ ਵੀ ਪੁੱਛਾਂਗੇ ਵੀ ਸਮਾਜ ਦੇ ਵਿੱਚ ਇਹ ਕਿਹੋ ਜਿਹੀ ਗੱਲ ਹੈ। ਸੋ ਅੱਜ ਦਾ ਕੰਟੈਂਟ ਹੈ ਜਿਹੜਾ ਅਸੀਂ ਉਹਨੂੰ ਵਿੱਚ ਦੇਹ ਵਪਾਰ ਦੇ ਧੰਦੇ ਲੈ ਕੇ, ਬੇਸ਼ੱਕ ਪਿਛਲੇ ਕਾਫੀ ਸਮੇਂ ਤੋਂ ਇਹ ਜਿਹੜਾ ਧੰਦਾ ਹੈ ਚੱਲਦਾ ਆ ਰਿਹਾ, ਕਿਸੇ ਤਰ੍ਹਾਂ ਫਰੈਂਡਸ ਤੇ ਜਾਂ ਕਿਸੇ ਤਰ੍ਹਾਂ ਲੈ ਕੇ ਚੱਲਦਾ ਆ। ਪਰ ਅੱਜ ਇਸ ਕੰਟੈਂਟ ਨੂੰ ਲੈ ਕੇ ਅਸੀਂ ਇਸ ਕਰਕੇ ਗੱਲ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਇਹੋ ਜਿਹੇ ਆਉਂਦੇ ਆ, ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਕੋਈ ਬੱਸ ਸਟੈਂਡ ਤੇ, ਅੱਡਿਆਂ 'ਚ, ਆਮ ਪਿੰਡਾਂ 'ਚ ਵੀ ਬਹੁਤ ਸਾਰਾ ਇਹ ਹੋ ਗਿਆ, ਜਿਹਦੇ ਵਿੱਚ ਫੀਮੇਲਸ ਮੇਲ ਜਿਹੜੇ ਆ ਟਰਾਂਸਜੈਂਡਰ ਜਿਹੜੇ ਵੱਖ-ਵੱਖ ਥਾਵਾਂ ਤੇ ਕਰਦੇ ਆ। ਅਸੀਂ ਇਹਨੂੰ ਮਜਬੂਰੀ ਲਈਏ ਜਾਂ ਬੇਰੁਜ਼ਗਾਰੀ ਦਾ ਕਾਰਨ ਲਈਏ ਜਾਂ ਇਹਦੇ ਵਿੱਚ ਕੀ ਆ, ਅਸੀਂ ਕਾਨੂੰਨੀ ਮਾਹਰ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦੇ ਆ। ਸੋ ਸੁਖਵਿੰਦਰ ਸਿੰਘ ਕੋਟਲੀ ਐਡਵੋਕੇਟ ਸਾਹਿਬ, ਤੁਹਾਡਾ ਸਵਾਗਤ ਹੈ ਜੀ ਹੌਟ ਨਿਊਜ਼ ਇੰਡੀਆ HNI ਤੇ। ਸਰ, ਜਿਹੜਾ ਅਸੀਂ ਇਸ ਕੰਟੈਂਟ ਨੂੰ ਲੈ ਕੇ ਗੱਲ ਕਰਦੇ ਹੋ, ਤੁਸੀਂ ਕਾਨੂੰਨ ਦੇ ਮਾਹਿਰ ਹੋ, ਐਡਵੋਕੇਟ ਸਾਹਿਬ, ਇਹ ਜਿਹੜਾ ਤੁਸੀਂ ਇਸ ਵਿਸ਼ੇ ਨੂੰ, ਜਿਹੜਾ ਦੇਹ ਵਪਾਰ ਦਾ ਧੰਦਾ ਇਸ ਵੇਲੇ ਬਹੁਤ ਚਿੰਤਾ ਦਾ ਵਿਸ਼ਾ ਬਣ ਰਿਹਾ, ਇਹਨੂੰ ਲੈ ਕੇ ਤੁਸੀਂ ਕੀ ਕਹੋਗੇ, ਕਿਸ ਤਰ੍ਹਾਂ ਲੈ ਰਹੇ ਹੋ? ਜਿਹੜਾ ਦੇਹ ਵਪਾਰ ਦਾ ਧੰਦਾ ਹੈ ਜੀ, ਆਪਾਂ ਜੇ ਸਮਾਜਿਕ ਤੌਰ 'ਤੇ ਗੱਲ ਕਰੀਏ, ਸਾਡੇ ਸਮਾਜ ਦੇ ਵਿੱਚ ਇੱਕ ਕਲਚਰ ਹੈ, ਸਾਡੇ ਸਮਾਜ ਵਿੱਚ ਕਦਰਾਂ ਕੀਮਤਾਂ ਆ, ਸਾਡਾ ਸਮਾਜ ਇੱਕ ਦਾ ਤਾਣਾ ਬਾਣਾ ਸਾਡੀਆਂ ਕਦਰਾਂ ਕੀਮਤਾਂ ਦੇ ਉੱਪਰ ਟਿਕਿਆ ਹੈ। ਦੇਹ ਵਪਾਰ ਜਿਹੜਾ ਕਿ ਪਹਿਲਾਂ ਇੱਕ ਸਮੇਂ ਦੇ ਹਿਸਾਬ ਨਾਲ ਹੌਲੀ ਜਿਹੜਾ ਅਲੱਗ-ਅਲੱਗ ਰੂਪ ਸਮੇਂ ਦੇ ਹਿਸਾਬ ਨਾਲ ਉਹਦੇ ਵਿੱਚ ਬਦਲਾਅ ਹੋਣੇ ਸ਼ੁਰੂ ਕੀਤੇ। ਅੱਜ ਦਾ ਜਿਹੜਾ ਸਮਾਂ, ਜਿਹੜਾ ਸਭ ਤੋਂ ਮਾੜਾ ਸਮਾਂ ਚੱਲ ਰਿਹਾ, ਕਿ ਦੇਹ ਵਪਾਰ ਪਹਿਲਾਂ ਇੱਕ ਅਲੱਗ ਸ਼ਹਿਰ ਤੋਂ ਬਾਹਰ ਕਿਸੇ ਸਮਿਆਂ ਦੇ ਵਿੱਚ ਬਾਹਰ ਹੁੰਦਾ ਸੀਗਾ, ਉੱਥੇ ਇੱਕ ਉਹਨਾਂ ਦਾ ਏਰੀਆ ਜਿਹੜਾ ਡਿਕਲੇਅਰ ਕੀਤਾ ਜਾਂਦਾ ਸੀ। ਲੇਕਿਨ ਸਮੇਂ ਦੇ ਹਿਸਾਬ ਨਾਲ ਅੱਜ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ, ਉਹ ਜਿਹੜਾ ਦੇਹ ਵਪਾਰ ਦਾ ਧੰਦਾ ਆ ਉਹ ਅੱਜ ਸ਼ਹਿਰ ਦੇ ਵਿੱਚ, ਬੱਸ ਅੱਡਿਆਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਆ ਚੁੱਕਾ ਹੈ। ਇਸ ਤੋਂ ਇਲਾਵਾ ਸਮੇਂ ਨੇ ਉਹਨੂੰ ਇੰਨਾ ਅੱਗੇ ਹੋਰ ਉਹਦੇ ਰਿਜ਼ਲਟ ਇੰਨੇ ਮਾੜੇ ਆ ਰਹੇ ਆ ਕਿ ਦੇਹ ਵਪਾਰ ਅੱਜ ਮੁਹੱਲਿਆਂ ਦੇ ਵਿੱਚ ਵੀ ਜਾ ਕੇ ਆਪਣਾ ਜਿਹੜਾ ਆ ਕਾਰੋਬਾਰ ਚੱਲ ਰਿਹਾ ਆ, ਜੋ ਕਿ ਸਾਡੇ ਸਮਾਜਿਕ ਤਾਣੇ ਬਾਣੇ ਨੂੰ, ਸਾਡੀ ਸੰਸਕ੍ਰਿਤੀ ਨੂੰ, ਜਾਂ ਸਾਡੇ ਸਮਾਜਿਕ ਰੀਤੀ ਰਿਵਾਜਾਂ ਤੱਕ, ਜਾਂ ਸਾਡੇ ਆਸ-ਪਾਸ ਦੇ ਮਾਹੌਲ ਨੂੰ ਬਹੁਤ ਹੀ ਜ਼ਿਆਦਾ ਸਾਡੀਆਂ ਕਦਰਾਂ ਕੀਮਤਾਂ ਨੂੰ ਆਹਤ ਕਰ ਰਿਹਾ ਆ, ਜਿਨ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਰਿਜ਼ਲਟ ਹੋਰ ਵੀ ਮਾੜੇ ਹੋਣਗੇ, ਜਿਹਦਾ ਅਸਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਪੀੜ੍ਹੀ ਤੇ, ਆਪਣੇ ਆਸ-ਪਾਸ ਦੇ ਮਾਹੌਲ ਤੇ ਦੇਖਣ ਨੂੰ ਮਿਲੇਗਾ। ਐਂਡ ਇਸ ਬਾਰੇ ਸਾਨੂੰ ਚਿੰਤਿਤ ਹੋਣਾ ਚਾਹੀਦਾ ਹੈ ਕਿ ਜੋ ਇਹ ਚੀਜ਼ ਲਗਾਤਾਰ, ਜਿਸ ਦੀਆਂ ਜੜ੍ਹਾਂ ਸਮਾਜ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਇਹਨੂੰ ਜਿੰਨੀ ਛੇਤੀ ਹੋ ਸਕੇ ਰੋਕਿਆ ਜਾਵੇ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਨਾ ਇਹ ਚੀਜ਼ ਸਾਡੇ ਕੋਲ ਰੁਕੇਗੀ ਤੇ ਸਮਾਜ ਵਿੱਚ ਜੋ ਅੱਜ ਕੱਲ੍ਹ ਇੰਸੀਡੈਂਟ ਹੋ ਰਹੇ ਨੇ, ਜੋ ਘਟਨਾਵਾਂ ਹੋ ਰਹੀਆਂ, ਉਹ ਦਿਨੋਂ ਦਿਨ ਵਧਣਗੀਆਂ। ਸਰ, ਅਸੀਂ ਇਸ ਗੁਫ਼ਤਗੂ ਅੱਗੇ ਗੱਲ ਕਰੀਏ, ਜਿਵੇਂ ਅਕਸਰ ਦੇਖਿਆ ਜਾਂਦਾ ਵੱਡੇ ਸ਼ਹਿਰ ਜਿਹੜੇ ਮੈਟਰੋ ਸਿਟੀਜ਼ ਆ, ਉਹਨਾਂ ਦੇ ਲਾਗੇ ਬਹੁਤ ਸਾਰੇ ਹੋਟਲਸ ਇਹੋ ਜਿਹੇ ਛੋਟੇ ਹੈਗੇ ਜਿਨ੍ਹਾਂ ਨੇ ਆਪਣਾ ਬਿਜ਼ਨਸ ਵਿਦਆਊਟ ਐਨੀ ਆਇਡੈਂਟੀਟੀ ਵੀ ਉਹਨਾਂ ਨੂੰ ਇਹ ਟਾਈਮ ਦਿੱਤਾ ਜਾਂਦਾ, ਘੰਟਾ ਡੇਢ ਘੰਟਾ, ਉਹਦੇ ਵਿੱਚ ਨੇ ਇੱਕ ਬਿਜ਼ਨਸ ਬਣਾ ਲਿਆ। ਕਿ ਆਪਾਂ ਇਸ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਲਈ ਆਪਾਂ ਕੀ ਕਹਿ ਸਕਦੇ ਹਾਂ, ਕਾਨੂੰਨੀ ਮਾਹਰ ਵਜੋਂ ਆਪਾਂ ਉਹ ਕੀ ਕਰ ਸਕਦੇ ਜਿਹੜੇ ਉਹਨਾਂ ਨੇ ਪ੍ਰੋਫੈਸ਼ਨ ਬਣਾ ਲਿਆ ਪਿਆ ਲੋਕਾਂ ਨੂੰ? ਜੇ ਕਾਨੂੰਨ ਦੀ ਗੱਲ ਕਰੀਏ, ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ, ਸਭ ਤੋਂ ਵੱਡਾ ਅੱਜ ਦੇ ਟਾਈਮ 'ਚ ਦੇਹ ਵਪਾਰ ਦਾ ਧੰਦਾ ਅੱਜ ਦੇ ਸਿੱਖਾਂ 'ਤੇ ਚੱਲ ਰਿਹਾ ਆ, ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਬੇਰੁਜ਼ਗਾਰੀ। ਅਗਰ ਇੱਕ ਸਮਾਜਿਕ ਦਾ ਆਪਾਂ ਉਸ ਨੂੰ ਇੱਕ ਤਾਣੇ ਬਾਣੇ 'ਚ ਲੈ ਚੱਲੀਏ, ਜਿਸ ਸਮਾਜ ਦੀਆਂ ਕਦਰਾਂ ਕੀਮਤਾਂ ਬੰਦਾ ਉਦੋਂ ਹੀ ਭੁੱਲਦਾ ਆ ਜਦੋਂ ਉਸ ਨੂੰ ਖਾਣ ਨੂੰ, ਚੰਗਾ ਰਹਿਣ, ਚੰਗਾ ਪਹਿਨਣ, ਜਾਂ ਚੰਗਾ ਉਹਨੂੰ ਰੋਟੀ ਕੱਪੜਾ ਮਕਾਨ ਨਹੀਂ ਮਿਲਦਾ, ਤੇ ਫਿਰ ਉਹ ਬੰਦਾ ਗਲਤ ਰਸਤੇ ਨਾਲ ਬਣਾਉਂਦਾ ਆ। ਹੁਣ ਜੇ ਆਪਾਂ ਬਾਹਰਲੀ ਗੱਲ ਕਰੀਏ ਤਾਂ ਹੋਟਲਾਂ, ਬੱਸ ਸਟੈਂਡਾਂ ਦੇ ਵਿੱਚ ਜੇ ਉਹਨਾਂ ਦਾ ਮੇਨ ਵਿਊ ਆਪਾਂ ਲਈਏ ਤਾਂ ਸਭ ਤੋਂ ਜ਼ਿਆਦਾ ਮੇਨ ਹੈ ਕਿ ਉੱਥੇ ਸਭ ਤੋਂ ਜ਼ਿਆਦਾ ਤੁਹਾਨੂੰ ਬੇਰੁਜ਼ਗਾਰ ਲੋਕ ਹੀ ਇਹ ਕੰਮ ਕਰਦੇ ਮਿਲਣਗੇ, ਤੇ ਬੇਰੁਜ਼ਗਾਰ ਹੀ ਲੋਕ ਇਸ ਧੰਦੇ ਦੇ ਵਿੱਚ ਜ਼ਿਆਦਾ ਧਕੇਲੇ ਜਾਂਦੇ, ਭਾਵੇਂ ਉਹ ਮੇਲਸ ਨੇ, ਭਾਵੇਂ ਉਹ ਫੀਮੇਲਸ ਨੇ। ਤੇ ਜਿਹੜਾ ਅਸਲੀ ਕਾਰਨ ਜਿਹੜਾ ਦੇਹ ਵਪਾਰੀ ਦਾ ਆ, ਉਹ ਅੱਜ ਦੇ ਸਮੇਂ ਦੇ ਵਿੱਚ ਬੇਰੁਜ਼ਗਾਰੀ ਮੰਨਿਆ ਗਿਆ। ਸਰ, ਇਹਦੇ ਵਿੱਚ ਬਹੁਤ ਸਾਰੇ ਟਰਾਂਸਜੈਂਡਰ ਵੀ ਹੈਗੇ ਜਿਹੜੇ ਉਹ ਇੱਕ ਜ਼ਿਆਦਾ ਇਸ ਕੰਮ ਦੇ ਵਿੱਚ ਸ਼ਾਮਲ ਆ, ਇਸ ਕੰਮ ਦੇ ਨਾਲ ਲੋਕਾਂ ਦੇ ਵਿੱਚ ਲੱਗਦਾ ਆ। ਤੇ ਨਾਲ ਦੀ ਨਾਲ ਉੱਥੇ ਇਹ ਵੀ ਆ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਵੀ ਮੇਲ ਫੀਮੇਲ ਦੀ ਗੱਲ ਕਰਦੇ ਆ, ਬਿਜ਼ਨਸ ਬੇਰੁਜ਼ਗਾਰੀ ਹੈਗੀ ਆ, ਤੇ ਜਿਹੜੇ ਟਰਾਂਸਜੈਂਡਰ ਉਹ ਵੀ ਜਾ ਕੇ ਇਸ ਤਰ੍ਹਾਂ ਦਾ, ਬਹੁਤ ਸਾਰੇ ਲੋਕ ਅਸੀਂ ਬੱਸ ਸਟੈਂਡਾਂ 'ਤੇ ਦੇਖਦੇ ਹਾਂ ਜਾਂ ਹੋਰ ਇਹੋ ਜਿਹੀਆਂ ਪਲੇਸਿਸ 'ਤੇ ਜਿੱਥੇ ਪੁਲਿਸ ਦੀ ਵੀ ਪੂਰੀ ਨਿਗਰਾਨੀ ਹੁੰਦੀ ਆ, ਪੁਲਿਸ ਦੇ ਲੋਕਾਂ ਨੂੰ ਵੀ ਪਤਾ ਹੁੰਦਾ ਵੀ ਇਹ ਲੋਕ ਇਸ ਤਰ੍ਹਾਂ, ਉਹ ਵੀ ਬਹੁਤ ਇੱਧਰੋਂ ਅੱਖੋਂ ਪਰੋਖੇ ਕਰ ਜਾਂਦੇ ਆ। ਇਹ ਵੀ ਇੱਕ ਵੱਡਾ ਰੀਜ਼ਨ ਹੋ ਸਕਦਾ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈ ਰਹੇ ਹੋ? ਚਲੋ, ਇਹ ਸਮਾਜਿਕ ਸਾਡੇ ਕੋਈ ਪੁਲਿਸ ਦੀ ਗੱਲ ਕਰੀਏ, ਉਹ ਆਪਣੀ ਕਾਰਵਾਈ 'ਤੇ ਜੋ ਉਹਨਾਂ ਦਾ ਬਣਦਾ ਉਹ ਆਪਣੀ ਕਾਰਵਾਈ ਕਰਦੇ ਆ, ਲੇਕਿਨ ਇੱਕ ਕਿਸੇ ਹੱਦ ਤੱਕ ਜਾ ਕੇ ਇਸ ਚੀਜ਼ ਨੂੰ ਰੋਕਣਾ ਜਾਂ ਉਸ ਚੀਜ਼ ਦੀ ਪੜਤਾਲ ਕਰਨੀ, ਉਹ ਇੱਕ ਡਿਊਟੀ ਅਲੱਗ ਕਾਨੂੰਨ ਦੀ ਬਣਦੀ ਹੈ। ਜੇ ਪੁਲਿਸ ਆਪਣੀ ਕਾਰਗੁਜ਼ਾਰੀ ਚੰਗੀ ਤਰ੍ਹਾਂ ਕਰੇ ਤਾਂ ਸ਼ਾਇਦ ਉਹ ਇਸ ਚੀਜ਼ ਦੇ ਉੱਪਰ ਜ਼ਿਆਦਾ ਰੋਕ ਲਗਵਾ ਸਕਦੀ ਹੈ, ਤੇ ਜਿਹੜੀ ਮੌਜੂਦਾ ਸਾਡਾ ਸਮਾਜਿਕ ਜੋ ਸਿਸਟਮ ਹੈ ਉਹ ਵੀ ਇਸ ਚੀਜ਼ ਨੂੰ ਬਾਕਾਇਦਾ
ਰੋਕਿਆ ਜਾ ਸਕਦਾ ਆ, ਬਟ ਸਾਡੀਆਂ ਅਣਗਹਿਲੀਆਂ ਕਰਕੇ ਜਿਹੜੀ ਇਹ ਚੀਜ਼ਾਂ ਹੈ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ, ਜੋ ਕਿ ਸਾਡੇ ਸਮਾਜ ਲਈ ਠੀਕ ਨਹੀਂ ਹੈ। ਸਰ ਇਹਦੇ ਨਾਲ ਕ੍ਰਾਈਮ ਦੇ ਵਿੱਚ ਵੀ ਬੜੋਤਰੀ ਹੁੰਦੀ ਹੈ ਕਈ ਜਗ੍ਹਾ ਤੇ ਇਹੋ ਜਿਹੀਆਂ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਦੇਹ ਵਪਾਰੀ ਦੀ ਕ੍ਰਾਈਮ ਨਾਲ ਇੱਕ ਬਹੁਤ ਵੱਡਾ ਇਫੈਕਟ ਹੈ। ਅਗਰ ਤੁਹਾਡੀ ਦੇਹ ਵਪਾਰੀ ਜਿਹੜੀ ਹੈ ਉਹ ਸਮਾਜ ਦੇ ਵਿੱਚ ਇੱਕ ਅਕਸ ਬਣ ਜਾਂਦਾ। ਅਗਰ ਇੱਕ ਪੀੜ੍ਹੀ ਹੈ, ਪੀੜ੍ਹੀ ਦੇ ਸਾਹਮਣੇ ਤੁਹਾਡੇ ਆਸ-ਪਾਸ, ਤੁਹਾਡੇ ਬੱਸ ਅੱਡਿਆਂ ਦੇ ਉੱਪਰ, ਤੁਹਾਡੇ ਆਸੇ-ਪਾਸੇ ਮੁਹੱਲਿਆਂ ਦੇ ਵਿੱਚ ਜਾਂ ਤੁਹਾਡੇ ਹੋਟਲਾਂ ਦੇ ਵਿੱਚ ਜੋ ਦੇਹ ਵਪਾਰੀ ਚੱਲਦੀ ਹੈ, ਤਾਂ ਉਹ ਇੱਕ ਐਕਸਪਲੋਇਟੇਸ਼ਨ ਹੁੰਦੀ ਹੈ। ਜਿਸ ਤਰ੍ਹਾਂ ਸਮਾਜਿਕ ਬੰਦੇ ਦੀ ਮਾਨਸਿਕਤਾ, ਪੀੜ੍ਹੀ ਦੀ ਮਾਨਸਿਕਤਾ ਉਹ ਖਰਾਬ ਹੁੰਦੀ ਹੈ। ਜਦੋਂ ਪੀੜ੍ਹੀ ਦੀ ਤੁਹਾਡੀ ਜਿਹੜੀ ਯੰਗ ਬੱਚਾ ਹੈ ਜਾਂ ਯੰਗ ਜਿਹੜਾ ਲੜਕਾ ਲੜਕੀ ਹੈ, ਤਾਂ ਫਿਰ ਜੇ ਅਸੀਂ ਇਹ ਗੱਲ ਕਹਿ ਸਕਦੇ ਹਾਂ, ਜੇ ਉਹਦੇ ਨਾਲ ਫਿਰ ਉਹ ਬੰਦਾ ਗਲਤ ਰਸਤੇ ਨੂੰ ਜ਼ਿਆਦਾ ਅਪਣਾਏਗਾ, ਬੇਰੁਜ਼ਗਾਰੀ ਵੱਲ ਨੂੰ ਜ਼ਿਆਦਾ ਹੋਰ ਜਿਹੜੀ ਉੱਤੇ ਹਾਵੀ ਹੋਏਗੀ, ਤਾਂ ਇਹਨਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋਏਗੀ ਤਾਂ ਕ੍ਰਾਈਮ ਡੇ ਬਾਈ ਡੇ ਸਮਾਜ ਵਿੱਚ ਵਧੇਗਾ। ਤੇ ਸਮਾਜ ਵਿੱਚ ਰੇਪ ਕੇਸਿਸ ਜੋ ਅੱਜ ਕੱਲ੍ਹ ਇੰਸੀਡੈਂਟਸ ਹੋ ਰਹੇ ਨੇ, ਬੱਚੀਆਂ ਨਾਲ ਜੋ ਹੋ ਰਿਹਾ ਨੇ, ਉਹਦਾ ਕਾਫੀ ਸਮਾਜ ਦੇ ਉੱਤੇ ਇਸ ਚੀਜ਼ ਦਾ ਅਸਰ ਜ਼ਿਆਦਾ ਪਵੇਗਾ। ਸਰ ਇਹਦੇ ਨਾਲ ਨਸ਼ਿਆਂ ਦੇ ਵਿੱਚ ਵੀ ਬੜੋਤਰੀ ਹੁੰਦੀ ਹੈ, ਨਸ਼ਿਆਂ ਦਾ ਵੀ ਲੱਗ ਰਿਹਾ। ਦੇਖੋ ਦੇਹ ਵਪਾਰੀ ਜੇ ਆਪਾਂ ਗੱਲ ਕਰੀਏ, ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਪੱਤਰਕਾਰ ਸਾਹਿਬ, ਵੀ ਮੇਨ ਗੱਲ ਹੈ ਬੇਰੁਜ਼ਗਾਰੀ। ਜੀ। ਜਦੋਂ ਬੰਦੇ ਦੇ ਸਮਾਜ ਦੇ ਵਿੱਚ ਬੰਦੇ ਨੂੰ ਰੋਟੀ ਕੱਪੜਾ ਮਕਾਨ, ਮੈਂ ਫਿਰ ਗੱਲ ਕਰਾਂਗਾ, ਜਦੋਂ ਸਮਾਜ ਵਿੱਚ ਬੰਦੇ ਨੂੰ ਰੋਟੀ ਕੱਪੜਾ ਮਕਾਨ ਨਹੀਂ ਮਿਲਦਾ, ਤਾਂ ਨੈਚੁਰਲੀ ਉਹ ਕੁਝ ਗਲਤ, ਜਦੋਂ ਉਹਨੂੰ ਪਤਾ ਵੀ ਬੇਰੁਜ਼ਗਾਰੀ ਹੈਗੀ ਹੈ, ਤਾਂ ਉਹ ਗਲਤ ਰਸਤੇ ਅਪਣਾਵੇਗਾ। ਅਗਰ ਉਹਨੂੰ ਕੋਈ ਚੰਗੀ ਐਜੂਕੇਸ਼ਨ ਜਾਂ ਚੰਗਾ ਰੁਜ਼ਗਾਰ ਮਿਲੇਗਾ, ਤਾਂ ਸ਼ਾਇਦ ਉਹ ਇਹਨਾਂ ਨਸ਼ੇ ਪੱਤਿਆਂ ਦੇ ਵਿੱਚ ਜਾਂ ਇਹਨਾਂ ਜਿਹੜੇ ਗੈਰ ਕਾਨੂੰਨੀ ਢੰਗ ਹੈ ਜਾਂ ਦੇਹ ਵਪਾਰ ਵਾਲੇ ਆ, ਉਹਨਾਂ ਵੱਲ ਨਹੀਂ ਜਾਏਗਾ। ਸਰ ਜਿਹੜਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਪਿਛਲੇ ਸਮੇਂ ਇਸ ਚੀਜ਼ ਨੂੰ ਖੁੱਲ੍ਹ ਦਿੱਤੀ ਸੀ, ਉਹਨੂੰ ਲੈ ਕੇ ਕੀ ਕਹਿ ਸਕਦੇ ਹਾਂ? ਦੇਖੋ ਸੁਪਰੀਮ ਕੋਰਟ ਦੀ ਜੇ ਗੱਲ ਕਰੀ, ਸੁਪਰੀਮ ਕੋਰਟ ਦੀ ਇੱਕ ਸਭ ਤੋਂ ਵੱਡੀ ਗੱਲ ਸੀ ਕਿ ਚਲੋ ਉਹਨਾਂ ਨੇ ਇਸ ਚੀਜ਼ ਨੂੰ ਇੱਕ ਦਾਇਰੇ ਦੇ ਵਿੱਚ ਰੱਖਿਆ, ਕਿ ਚਲੋ ਇੱਕ ਦਾਇਰਾ ਹੈ, ਉਹਦੇ ਵਿੱਚ ਅਗਰ ਤੁਸੀਂ ਆਪਣੇ ਤੁਹਾਡੇ ਫੰਡਾਮੈਂਟਲ ਰਾਈਟਸ, ਅਗਰ ਤੁਹਾਡੇ ਕੋਲ ਲੀਗਲੀ ਕੰਸੈਂਟ ਹੈ, ਤੁਸੀਂ ਆਪਣੇ ਲੀਗਲ ਵੇ ਨਾਲ ਤੁਸੀਂ ਅਡਲਟ ਹੋ, ਤਾਂ ਤੁਸੀਂ ਇਸ ਚੀਜ਼ ਨੂੰ ਚੱਲ ਰਹੇ ਹੋ। ਲੇਕਿਨ ਉਹਦੇ ਵਿੱਚ ਵੀ ਇੱਕ ਦਿਸ਼ਾ ਰੱਖੀਆਂ ਗਈਆਂ ਨੇ। ਉਹ ਇਸ ਤਰ੍ਹਾਂ ਨਹੀਂ ਹੈ ਕਿ ਹਾਂ ਤੁਸੀਂ ਉਸ ਚੀਜ਼ ਨੂੰ ਇੱਕ ਬਿਜ਼ਨਸ ਲਾਈਨ ਵੱਲ ਚੱਲ ਪਈ, ਉਹਨੂੰ ਬਿਜ਼ਨਸ ਦਾ ਉਹਨੂੰ ਇੱਕ ਇਲੀਗਲ ਇਮੋਰਟਲ ਐਕਟ ਵਿੱਚ ਬੱਚਿਆਂ ਦੇ ਇਲੀਗਲ ਉਹਨੂੰ ਫੋਰਸਮੈਂਟ ਨਾਲ ਜਾਂ ਉਹਦੀ ਮਜਬੂਰੀ ਨਾਲ ਜਾਂ ਉਹਨੂੰ ਇਮੋਸ਼ਨਲੀ ਉਹਨੂੰ ਰੱਖ ਕੇ ਤਾਂ ਉਸ ਚੀਜ਼ ਵਿੱਚ ਢਲਿਆ ਜਾਵੇ, ਜੋ ਕਿ ਬਿਲਕੁਲ ਹੀ ਗੈਰ ਕਾਨੂੰਨੀ ਹੈ। ਬਹੁਤ ਬਹੁਤ ਧੰਨਵਾਦ ਐਡਵੋਕੇਟ SS ਕੋਟਲੀ ਸਾਹਿਬ। ਸੋ ਦੋਸਤੋ, ਇਹਨਾਂ ਨੇ ਸਾਡੇ ਕੰਟੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਦੀ ਨਾਲ ਸਮਾਧਾਨ ਵੀ ਕੀਤਾ, ਚਿੰਤਾ ਵੀ ਕੀਤੀ, ਚਿੰਤਨ ਵੀ ਕੀਤੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਦੇ ਨਾਲ ਕੀਤੀ ਗਈ ਗੁਫ਼ਤਗੂ ਔਰ ਨੇ ਜਿਹੜੀ HNI ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ, ਤਾਂ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਘਟਣ ਤੋਂ ਕੁਝ ਨਾ ਕੁਝ ਰੋਕਿਆ ਸਕੇ। ਸੋ ਇਸ ਗੁਫ਼ਤਗੂ ਨੂੰ ਅੱਗੇ ਵਧਾਉਂਦੇ ਹਾਂ, ਅਸੀਂ ਗੱਲ ਕਰਾਂਗੇ ਐਡਵੋਕੇਟ ਅਸ਼ਵਨੀ ਵਰਮਾ ਜੀ ਦੇ ਨਾਲ। ਉਹ ਕੀ ਕਹਿੰਦੇ ਨੇ ਇਸ ਕੰਟੈਂਟ ਨੂੰ ਲੈ, ਆਓ ਦੇਖਦੇ। ਸੋ ਦੋਸਤੋ, ਅਸੀਂ ਆਪਣੇ ਉਸ ਕੰਟੈਂਟ ਦੇ ਵਪਾਰ ਦੇ ਕੰਟੈਂਟ ਨੂੰ ਲੈ ਕੇ, ਜਿਵੇਂ ਅਸੀਂ ਐਡਵੋਕੇਟ SS ਕੋਟਲੀ ਜੀ ਦੇ ਨਾਲ ਗੱਲਬਾਤ ਕੀਤੀ ਹੈ, ਤੇ ਇਸੇ ਵਿਸ਼ੇ ਨੂੰ ਲੈ ਕੇ ਆਪਾਂ ਐਡਵੋਕੇਟ ਅਸ਼ਵਨੀ ਵਰਮਾ ਜੀ ਜਿਹੜੇ ਨੇ ਇਹਨਾਂ ਦੇ ਨਾਲ ਗੱਲ ਕਰਾਂਗੇ, ਇਹਨਾਂ ਦੀ ਇਸ ਪ੍ਰਤੀ ਕੀ ਰਾਏ ਹੈ। ਸੋ ਐਡਵੋਕੇਟ ਅਸ਼ਵਨੀ ਵਰਮਾ ਜੀ, ਤੁਹਾਡਾ ਸਵਾਗਤ ਹੈ ਜੀ ਹੌਟ ਨਿਊਜ਼ HNI ਤੇ ਜੀ। ਸਭ ਤੋਂ ਪਹਿਲਾਂ ਹੌਟ ਨਿਊਜ਼ ਵਾਲੇ ਜਿਹੜੇ ਸਾਡੇ ਸਰੋਤੇ ਨੇ ਤੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨਾ ਪਿਆਰ ਬਖਸ਼ਦੇ ਨੇ। ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਸੇ ਵਿਸ਼ੇ ਤੇ ਅਜਨੋਆ ਸਾਹਿਬ ਸਾਨੂੰ ਦੱਸਣਗੇ। ਸਰ, ਆਪਾਂ ਜਿਵੇਂ ਗੱਲ ਕੀਤੀ ਹੈ ਜੀ, ਸਾਡਾ ਕੰਟੈਂਟ ਲਗਾਤਾਰ ਦੇਹ ਵਪਾਰ ਦਾ ਜਿਹੜਾ ਇਸ ਵੇਲੇ ਬਹੁਤ, ਬੇਸ਼ੱਕ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਜੀ, ਪਰ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਚਿੰਤਾ ਦਾ ਵਿਸ਼ਾ ਹੈ, ਚਿੰਤਨ ਦਾ ਵਿਸ਼ਾ ਹੈ। ਅਸੀਂ ਇਹ ਹੌਟ ਨਿਊਜ਼ ਇੰਡੀਆ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਇਸ ਕੰਟੈਂਟ ਨੂੰ ਲੈ ਕੇ ਆਪਾਂ ਕਾਨੂੰਨੀ ਮਾਹਰਾਂ ਦੀ ਰਾਏ ਲਈਏ, ਆਪਣੇ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ, ਤਾਂ ਕਿ ਲੋਕ ਇਸ ਚੀਜ਼ ਤੋਂ ਜਾਗਰੂਕ ਹੋ ਸਕਣ। ਜਿਵੇਂ ਸਾਨੂੰ ਐਡਵੋਕੇਟ SS ਕੋਟਲੀ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਲਾ ਕਿਵੇਂ ਹੈ, ਕਿ ਅੰਡਰ ਪ੍ਰੈਸ਼ਰ ਨਹੀਂ ਕੀਤਾ, ਕਿਸ ਤਰ੍ਹਾਂ। ਸੋ ਅਸੀਂ ਇਸ ਚੀਜ਼ ਨੂੰ ਲੈ ਕੇ, ਤੁਸੀਂ ਜਿਹੜਾ ਇਸ ਦੇ ਵਪਾਰ ਦੇ ਕਿਸ ਤਰ੍ਹਾਂ ਲੈ ਰਹੇ ਹੋ ਜੀ? ਜੀ ਅਜਨੋਆ ਸਾਹਿਬ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਵਰਡ ਤੁਸੀਂ ਯੂਜ਼ ਕੀਤਾ ਦੇਹ ਵਪਾਰ। ਜੀ, ਦੇਹ ਵਪਾਰ ਨੂੰ ਆਪਾਂ ਦੂਸਰੀ ਆਪਣੀ ਇੰਗਲਿਸ਼ ਲੈਂਗੁਏਜ ਕਹੀਏ ਤਾਂ ਪ੍ਰੋਸਟੀਟਿਊਸ਼ਨ ਆਪਾਂ ਉਸ ਚੀਜ਼ ਨੂੰ ਕਹਿੰਦੇ ਹਾਂ। ਤੇ ਇਹਦੇ ਰਿਗਾਰਡਿੰਗ ਸਰਕਾਰ ਨੇ ਪਹਿਲਾਂ ਹੀ ਇੱਕ ਐਕਟ ਪਾਸ ਕਰ ਰੱਖਿਆ, ਦੈਟ ਇਜ਼ ਇਮੋਰਲ ਟ੍ਰੈਫਿਕ ਐਕਟ, ਤੇ ਉਹਦੇ 'ਚ ਬੜੇ ਸਾਰੇ ਪ੍ਰਾਵਧਾਨ ਆ। ਉਹਦੇ 'ਚ ਦੱਸਿਆ ਗਿਆ ਕਿ ਕਿਸ ਚੀਜ਼, ਈਵਨ ਕਿ ਇਹਦੇ 'ਚ ਸਭ ਤੋਂ ਜਿਹੜਾ ਆਪਾਂ ਇਸ ਬਾਰੇ ਗੱਲ ਕਰਨਾ, ਉਸ ਤੋਂ ਪਹਿਲਾਂ ਜਿਹੜਾ ਮੋਸਟ ਕ੍ਰੂਸ਼ੀਅਲ ਹੈ, ਉਹ ਇੱਕ ਚੀਜ਼ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਐਕਟ ਬਣਾਇਆ ਗਿਆ ਇਮੋਰਲ ਟ੍ਰੈਫਿਕ ਐਕਟ, ਉਹਦੇ ਵਿੱਚ ਬੱਚਿਆਂ ਲਈ ਤੇ ਵੂਮੈਨਸ ਲਈ ਬਹੁਤ ਹੀ ਵਧੀਆ ਪ੍ਰੋਟੈਕਟਿਵ ਮੇਜਰਸ ਰੱਖੇ ਗਏ ਨੇ, ਤੇ ਜਿਹੜੀਆਂ ਉਹਦੀਆਂ ਪਨਿਸ਼ਮੈਂਟਸ ਨੇ ਉਹ ਵੀ ਬਹੁਤ ਹੀ ਡੈਟਰੈਂਟ ਪਨਿਸ਼ਮੈਂਟਸ ਨੇ। ਤੇ ਇਹਦੇ ਵਿੱਚ ਪੁਲਿਸ ਨੂੰ ਵੀ ਬੜੇ ਸਾਰੇ ਆਪਾਂ ਕਹੀਏ ਕਿ ਹੱਥ ਖੋਲ ਦਿੱਤੇ ਗਏ ਆ ਕਿ ਜਿੱਥੇ ਇਹ ਚੀਜ਼ਾਂ ਹੁੰਦੀਆਂ ਨੇ, ਜਿੱਥੇ ਵੀ ਪ੍ਰੋਸਟੀਟਿਊਸ਼ਨ ਜਾਂ ਦੇਹ ਵਪਾਰ ਦਾ ਧੰਦਾ ਚੱਲਦਾ ਹੈ, ਉੱਥੇ ਜਿਹੜੇ ਸਰਚ ਹੈ ਉਹ ਪੁਲਿਸ ਇਮੀਡੀਏਟ ਸਰਚ ਕਰ ਸਕਦੀ ਹੈ, ਉੱਥੇ ਵਿਦਆਊਟ ਵਾਰੰਟ ਸਰਚ ਕਰ ਸਕਦੀ ਹੈ, ਬੰਦੇ ਨੂੰ ਅਰੈਸਟ ਕਰ ਸਕਦੀ ਹੈ। ਤੇ ਸਪੈਸ਼ਲੀ ਜਿੱਥੇ ਬੱਚੇ ਇਸ ਚੀਜ਼ 'ਚ ਕਿਤੇ ਨਾ ਕਿਤੇ ਆਪਾਂ ਕਹਿ ਦਿੰਦੇ ਆ ਕਿ ਬੱਚਿਆਂ ਨੂੰ ਇਨਵੋਲਵ ਕੀਤਾ ਜਾਂਦਾ ਫੋਰਸਫੁਲੀ,
ਉਸ ਕੇਸ 'ਚ ਜਿਹੜੀ ਪਨਿਸ਼ਮੈਂਟ ਹੈ, ਜਿਹੜੇ ਉਹ ਬੱਚਿਆਂ ਨੂੰ ਜਿਹੜੇ ਇਨਵੋਲਵ ਕਰਦੇ ਆ, ਉਹਨਾਂ ਲਈ ਵੀ ਬੜੀ ਡੈਟਰੈਂਟ ਪਨਿਸ਼ਮੈਂਟ ਹੈ। ਔਰ ਇਹ ਸਭ ਤੋਂ ਵਧੀਆ ਗੱਲ ਹੈ ਕਿ ਆਪਾਂ ਜਿਹੜੀ ਹੈ ਜਿੱਥੋਂ ਸੋਰਸ ਪੈਦਾ ਹੋ ਰਹੀ, ਜੋ ਦੇਹ ਵਪਾਰ ਨੂੰ ਇਹਦੇ ਵੱਲੋਂ ਪ੍ਰਮੋਟ ਕਰ ਰਹੀ ਹੈ, ਉਹਦੇ ਲਈ ਵੀ ਮੇਜਰਸ ਬਣਾਏ ਗਏ ਹਨ। ਉਹਨੂੰ ਵੀ ਪ੍ਰੀਵੈਂਟਿਵ ਮੇਜਰਸ ਜਿਹੜੇ ਆ ਉਹ ਬਹੁਤ ਵਧੀਆ ਹੈ ਬੱਚਿਆਂ ਲਈ ਸਪੈਸ਼ਲੀ। ਔਰ ਵੂਮਨਸ ਜਿਹੜੀਆਂ ਜਿਵੇਂ ਆਪਾਂ ਮਾਈਨਰ ਕਹਿੰਦੇ ਆ ਕਿ ਆਪਾਂ ਫੋਰਸਫੁਲੀ ਉਹਨਾਂ ਨੂੰ ਨਹੀਂ ਇੰਨੀ ਇਸ ਚੀਜ਼ ਬਾਰੇ ਦੱਸਿਆ ਹੁੰਦਾ, ਉਸ ਕੇਸ 'ਚ ਜਿਹੜੇ ਬੰਦੇ ਉਹਨਾਂ ਨੂੰ ਜ਼ਬਰਦਸਤੀ ਕਿਤੇ ਡਿਟੇਨ ਕਰਦੇ, ਈਵਨ ਕਿ ਉਹ ਲੈ ਕੇ ਵੀ ਆਉਂਦੇ ਆ, ਪਬਲਿਕ ਪਲੇਸ ਯੂਜ਼ ਕਰਦੇ ਆ ਜਾਂ ਉਹਨਾਂ ਨੂੰ ਇਸ ਚੀਜ਼ ਲਈ ਕਰਨ ਲਈ ਮਜਬੂਰ ਕਰਦੇ ਆ, ਇਹ ਸਾਰੀਆਂ ਚੀਜ਼ਾਂ ਇਮੋਰਲ ਟ੍ਰੈਫਿਕ ਐਕਟ ਨੇ ਕਵਰ ਕੀਤੀਆਂ। ਤੇ ਉਹਦੇ ਵਿੱਚ ਸਪੈਸ਼ਲੀ ਉਹਨਾਂ ਨੇ ਅਲੱਗ-ਅਲੱਗ ਸੈਕਸ਼ਨ ਦੱਸੇ ਨੇ ਤੇ ਬਹੁਤ ਹੀ ਉਹਦੇ 'ਚ ਪਨਿਸ਼ਮੈਂਟ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੈ, ਜੋ ਕਿ ਨਾਰਮਲੀ ਜਿਹੜੀ ਕਾਫੀ ਸੈਕਸ਼ਨ 'ਚ 7 ਸਾਲ ਤੋਂ ਲੈ ਕੇ ਤੇ 10 ਸਾਲ ਤੱਕ ਦੀ ਪਨਿਸ਼ਮੈਂਟ ਵੀ ਹੈ ਜਿਹੜੀ ਉਹ ਇਮੋਰਲ ਟ੍ਰੈਫਿਕ ਐਕਟ ਵਿੱਚ ਦਿੱਤੀ ਗਈ ਹੈ। ਸਰ ਇਹ ਤੁਸੀਂ ਕਾਨੂੰਨ ਮੁਤਾਬਕ ਬਹੁਤ ਵਧੀਆ ਦੱਸਿਆ ਵੀ ਕਿਹੜਾ ਪ੍ਰਾਵਧਾਨ ਹੈ, ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ, ਕਿਸ ਤਰ੍ਹਾਂ ਪੁਲਿਸ ਨੂੰ ਅਧਿਕਾਰ ਹੈਗੇ। ਸਰ ਆਪਾਂ ਇਹਨੂੰ ਇੱਕ ਰੂਟੀਨ ਪਬਲਿਕ ਦੀ ਗੱਲ ਕਰੀਏ, ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਰੁਜ਼ਗਾਰ ਬਣਾਇਆ, ਜਿਵੇਂ ਉਹ ਸਵੇਰ ਨੂੰ ਘਰੋਂ ਆਉਂਦੇ ਆ ਤਿਆਰ ਹੋ ਕੇ, ਕੋਈ ਮੇਲ ਆ ਚਾਹੇ ਫੀਮੇਲ ਆ, ਬਹੁਤ ਸਾਰੇ ਲੋਕ ਅਕਸਰ ਦੇਖਣ ਨੂੰ ਮਿਲਦਾ, ਕਿਉਂਕਿ ਸਾਡੇ ਸਮਾਜ ਦੇ ਪ੍ਰਤੀਨਿਧ ਇਹ ਗੱਲ ਐਡਮਿਟ ਨੂੰ ਕਰਨ ਨੂੰ ਨਹੀਂ ਤਿਆਰ ਵੀ ਇਹ ਸਾਨੂੰ ਪਤਾ ਆ, ਪਰ ਪਤਾ ਸਭ ਨੂੰ ਹੁੰਦਾ। ਪਰ ਅਸੀਂ ਇਸ ਪ੍ਰਯਾਸ ਕਰ ਰਹੇ ਹਾਂ ਕਿ ਲੋਕਾਂ ਤੱਕ ਇਹ ਗੱਲ ਜਾ ਕੇ ਲੋਕ ਇਸ ਚੀਜ਼ ਤੋਂ ਬਚ ਸਕਣ। ਬਹੁਤ ਸਾਰੇ ਲੋਕ ਪੈਸੇ ਲੈਂਦੇ ਆ, ਛੋਟੇ ਛੋਟੇ ਕਮਰਿਆਂ ਜਾਂਦੇ ਆ, ਔਰ ਕਮਰਿਆਂ ਵਾਲੇ ਹੋਟਲਾਂ ਵਾਲੇ ਵੀ ਜਿਹੜੇ ਕਿ ਬਿਨਾਂ ਕਿਸੇ ਆਇਡੈਂਟੀਟੀ ਤੋਂ ਉਹਨਾਂ ਨੂੰ ਘੰਟੇ ਡੇਢ ਘੰਟੇ ਲਈ ਕਮਰਾ ਦਿੰਦੇ, ਆਪਣੇ ਪੈਸੇ ਲੈਂਦੇ, ਉਹ ਆਪਣੇ ਪੈਸੇ ਲੈ ਕੇ ਚਲ ਜਾਂਦੇ ਆ। ਇਹ ਇੱਕ ਚਿੰਤਾ ਦਾ ਵਿਸ਼ਾ ਹੈ, ਇੱਕ ਚਿੰਤਨ ਕਰਨ ਦਾ ਵਿਸ਼ਾ ਹੈ। ਐਜ ਏ ਮਾਹਰ ਤੁਸੀਂ, ਐਜ ਏ ਐਡਵੋਕੇਟ, ਕਾਨੂੰਨੀ ਮਾਹਰ, ਇਹਨੂੰ ਕਿਸ ਤਰ੍ਹਾਂ ਲੈ ਰਹੇ ਹੋ? ਜੀ ਬਿਲਕੁਲ, ਮੈਂ ਇਸ 'ਚ ਦੱਸਣਾ ਚਾਹਾਂਗੀ ਜਦੋਂ ਕੋਈ ਵੀ ਜਿਹੜਾ ਇਮੋਰਲ ਟ੍ਰੈਫਿਕ ਐਕਟ ਦੀ ਅਸੀਂ ਆਲਰੇਡੀ ਗੱਲ ਕਰ ਰਹੇ ਸੀਗੇ ਜੀ, ਉਹਦੇ ਵਿੱਚ ਕੋਈ ਵੀ ਪਲੇਸ, ਈਵਨ ਚਾਹੇ ਉਹ ਪਬਲਿਕ ਪਲੇਸ ਹੈ, ਚਾਹੇ ਉਹ ਹੋਟਲ ਹੈ, ਕੋਈ ਹੋਰ ਡਵੈਲਿੰਗ ਹੈ, ਇਨ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਜੋ ਇਸ ਪਰਪਸ ਲਈ ਯੂਜ਼ ਹੁੰਦੀ ਹੈ, ਉਹਦੇ 'ਚ ਜਿਹੜੇ ਵੀ ਬੰਦੇ ਇਨਵੋਲਵ ਹਨ ਉਹ ਵੀ ਇਸ ਐਕਟ ਵਿੱਚ ਕਵਰ ਕੀਤੇ ਗਏ ਹਨ। ਉਹਨਾਂ ਨੂੰ ਵੀ ਸੈਕਸ਼ਨ ਦੇ ਅਕੋਰਡਿੰਗ ਜਿਹੜੀ ਹੈ, ਉਹਨਾਂ ਤੇ ਵੀ ਧਾਰਾ ਦੇ ਅਕੋਰਡਿੰਗ ਜਿਹੜੀ ਹੈ ਪਨਿਸ਼ਮੈਂਟ ਦੱਸੀ ਗਈ ਹੈ। ਔਰ ਦੂਸਰੀ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਕਰੇ ਕਿ ਛੋਟੇ ਛੋਟੇ ਕਮਰੇ ਆ ਸੋਸਾਇਟੀ ਨੂੰ ਇਫੈਕਟ ਕਰਦੇ ਆ, ਬਿਲਕੁਲ ਇਹ ਕਿਤੇ ਨਾ ਕਿਤੇ ਸੱਚ ਗੱਲ ਹੈ ਕਿ ਇਹ ਚੀਜ਼ ਸਾਡੀ ਜਿਹੜੀ ਸਪੈਸ਼ਲੀ ਜਿਹੜਾ ਇੰਡੀਅਨ ਸੋਸਾਇਟੀ ਹੈ ਉਹ ਇਸ ਚੀਜ਼ ਨੂੰ ਜਿਹੜੀ ਆ ਉਹਦੇ ਵਿੱਚ ਵਧੀਆ ਨਹੀਂ ਮੰਨਿਆ ਜਾਂਦਾ। ਆਪਾਂ ਕਹੀਏ ਕਿ ਸੋਸ਼ਲ ਨੋਰਮਸ 'ਚ ਵੀ ਇਹ ਸਾਡੀ ਨਹੀਂ ਆਉਂਦਾ, ਸਾਡੀ ਸੰਸਕ੍ਰਿਤੀ 'ਚ ਵੀ ਨਹੀਂ ਇਹ ਚੀਜ਼ਾਂ ਚੰਗੀਆਂ ਮੰਨੀਆਂ ਜਾਂਦੀਆਂ। ਇਸੇ ਕਰਕੇ ਤਾਂ ਜਿਹੜਾ ਇਮੋਰਲ ਟ੍ਰੈਫਿਕ ਐਕਟ ਹੈ ਉਹ ਬਣਾਇਆ ਗਿਆ ਸੀਗਾ ਤੇ ਉਹਦੇ ਵਿੱਚ ਪ੍ਰੀਵੈਂਟਿਵ ਮੇਜਰਸ ਹਨ। ਜੋ ਵੀ ਮਤਲਬ ਇਸ ਚੀਜ਼ 'ਚ ਇਨਵੋਲਵ ਹੁੰਦਾ ਹੈ ਤਾਂ ਪੁਲਿਸ ਉੱਤੇ ਐਕਸ਼ਨ ਜ਼ਰੂਰ ਲੈ ਸਕਦੀ ਹੈ। ਤੇ ਜਿਹੜੀ ਵਿਦਆਊਟ ਆਇਡੈਂਟੀਟੀ ਦੀ ਤੁਸੀਂ ਗੱਲ ਕਰਦੇ ਆ, ਉਹਦੇ 'ਚ ਆਇਡੈਂਟੀਟੀ ਵਿਦਆਊਟ ਆਇਡੈਂਟੀਟੀ ਅਗਰ ਕੋਈ ਵੀ ਪਲੇਸ ਅਗਰ ਯੂਜ਼ ਹੁੰਦੀ ਹੈ ਉਹਦੇ ਲਈ ਵੀ ਸਪੈਸ਼ਲ ਮੇਜਰਸ ਜਿਹੜੇ ਸਾਡੇ ਕਾਨੂੰਨ 'ਚ ਦਿੱਤੇ ਗਏ ਹਨ। ਔਰ ਥੋੜਾ ਜਿਹਾ ਇਹਨੂੰ ਮੈਂ ਅਮੈਂਡ ਕਰ ਸਕਦਾ ਹੋਰ ਕਿ ਜਿੱਥੇ ਚਿਲਡਰਨਸ ਨੇ, ਜਿੱਦਾਂ ਆਪਾਂ ਕਹੀਏ ਕਿ ਮਾਈਨਰਸ ਇਨਵੋਲਵਡ ਨੇ ਇਸ ਚੀਜ਼ 'ਚ ਜਾਂ ਵੂਮਨਸ ਇਨਵੋਲਵਡ ਨੇ ਜਿਹੜੀਆਂ 18 ਸਾਲ ਤੋਂ 16 ਸਾਲ ਤੋਂ ਥੱਲੇ ਨੇ, ਉਹਨਾਂ ਵਿੱਚ ਤਾਂ ਜਿਹੜੀ ਆਇਡੈਂਟੀਟੀ ਪ੍ਰੂਫਸ ਅਗਰ ਚਾਹੇ ਆਪਾਂ ਲੈ ਵੀ ਲਈਏ ਤਾਂ ਮਾਈਨਰ ਦੀ ਜਿਹੜੀ ਕੰਸੈਂਟਡ ਵਰਜਨ ਹੈ ਉਹ ਨਹੀਂ ਮੰਨੀ ਜਾਂਦੀ। ਕੰਸੈਂਟ ਔਰ ਨੋਨ ਕੰਸੈਂਟ ਇਟ ਅਮਾਊਂਟਸ ਟੂ ਨੋਨ ਕੰਸੈਂਟ। ਅਗਰ ਆਪਾਂ ਕਿਸੇ ਵੀ ਬੱਚੇ ਨੂੰ 18 ਸਾਲ ਤੋਂ ਥੱਲੇ, ਚਾਹੇ ਉਹ ਵਿਦ ਕੰਸੈਂਟ ਜਾਂਦਾ ਚਾਹੇ ਉਹ ਵਿਦਆਊਟ ਕੰਸੈਂਟ ਜਾਂਦਾ, ਉਹਦੀ ਕੰਸੈਂਟ ਕੋਈ ਮੈਟਰ ਨਹੀਂ ਕਰਦੀ ਉਸ ਚੀਜ਼ 'ਚ, ਤੇ ਉਹ ਅਫੈਂਸ ਕਿਤੇ ਨਾ ਕਿਤੇ ਕਾਊਂਟ ਹੋ ਜਾਂਦਾ ਹੈ। ਔਰ ਬੱਚਿਆਂ ਨੂੰ ਇਸ 'ਚ ਇਨਵੋਲਵ ਕਰਨਾ ਬਹੁਤ ਹੀ, ਮੈਂ ਕਹਿੰਦਾ ਕਿ ਮੰਦਭਾਗੀ ਗੱਲ ਹੈ ਸਾਡੀ ਸੁਸਾਇਟੀ ਲਈ। ਆਲਦੋ ਆਪਾਂ ਕਹਿੰਦੇ ਆ ਕਿ ਕਿਤੇ ਨਾ ਕਿਤੇ ਕੁਝ ਸਰਕਮਸਟੈਂਸਿਸ ਹੋ ਜਾਂਦੀਆਂ ਨੇ, ਕਦੀ ਕੰਪੈਲਿੰਗ ਸਰਕਮਸਟੈਂਸਿਸ ਹੁੰਦੀਆਂ ਜਾਂ ਸੋਰਸ ਆਫ ਇਨਕਮ ਦੀ ਕਿਤੇ ਨਾ ਕਿਤੇ ਪ੍ਰੋਬਲਮ, ਕਿਤੇ ਨਾ ਕਿਤੇ ਬੇਰੁਜ਼ਗਾਰੀ ਨੂੰ ਵੀ ਆਪਾਂ ਕਰ ਸਕਦੇ ਹਾਂ, ਬੇਰੁਜ਼ਗਾਰੀ ਨੂੰ ਲੈ ਕੇ ਵੀ ਉਹ ਬੇਰੁਜ਼ਗਾਰੀ ਨੂੰ ਆਪਾਂ ਉਹਦੇ 'ਚ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਬੇਰੁਜ਼ਗਾਰੀ ਨੂੰ ਜਿਹੜਾ ਹੈ ਕਿ ਆਪਾਂ ਉਹਨੂੰ ਲਾਈਟਲੀ ਨਾ ਲਈਏ। ਜਿਹੜੀ ਇਹ ਰੂਟ ਕਾਜ਼ ਹੈ ਬੇਰੁਜ਼ਗਾਰੀ, ਇਹ ਬਹੁਤ ਸਾਰੀ ਅੱਗੇ ਬ੍ਰਾਂਚਿਸ ਜਿਹੜੀਆਂ ਉਹਨਾਂ ਨੂੰ ਜਨਮ ਦੇ ਦਿੰਦੀ ਹੈ। ਉਹਦੇ ਚੋਂ ਹੀ ਇੱਕ ਬ੍ਰਾਂਚ ਕਿਤੇ ਨਾ ਕਿਤੇ ਇਹ ਵੀ ਹੈ ਜਿਹੜੀ ਪ੍ਰੋਸਟੀਟਿਊਸ਼ਨ ਹੈ। ਕਿਤੇ ਕੰਪੈਲਿੰਗ ਸਰਕਮਸਟੈਂਸਿਸ ਆ, ਘਰ ਦੇ ਹਾਲਾਤ ਐਦਾਂ ਦੇ ਹੋ ਜਾਂਦੇ, ਕਿਤੇ ਉਹਨਾਂ ਨੂੰ ਇਹ ਚੀਜ਼ ਲਈ ਇਨਵੋਲਵ ਹੋਣਾ ਪੈਂਦਾ। ਬਟ ਕਿਤੇ ਨਾ ਕਿਤੇ ਉਹਨਾਂ ਨੂੰ ਖੁਦ ਵੀ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਚੀਜ਼ ਲਈ ਵੀ ਸ਼ਾਰਟਕਟ ਨਾ ਅਪਣਾਈਏ, ਆਪਣੀ ਮਿਹਨਤ ਕਰੀਏ। ਕਦੀ ਨਾ ਕਦੀ ਪਰਮਾਤਮਾ ਜਿਹੜਾ ਹੈ ਉਹ ਮਿਹਨਤ ਨੂੰ ਜ਼ਰੂਰ ਰੰਗ ਲਾਉਂਦਾ, ਅਸੀਂ ਸਹੀ ਤਰੀਕੇ ਤੇ ਚੱਲੀਏ ਤੇ ਸ਼ਾਰਟਕਟਸ ਜਿਹੜੇ ਆ ਉਹਨਾਂ ਨੂੰ ਅਵੋਇਡ ਕਰੀਏ। ਬਹੁਤ ਬਹੁਤ ਧੰਨਵਾਦ ਐਡਵੋਕੇਟ ਅਸ਼ਵਨੀ ਵਰਮਾ ਜੀ। ਸੋ ਦੋਸਤੋ, ਅਸੀਂ ਗੱਲ ਕੀਤੀ ਐਡਵੋਕੇਟ ਅਸ਼ਵਨੀ ਵਰਮਾ ਜੀ ਦੇ ਨਾਲ, ਕਾਨੂੰਨੀ ਮਾਹਰ SS ਕੋਹਲੀ ਹੈ ਨਾ।
ਦੋਨਾਂ ਵਕੀਲ ਸਾਹਿਬਾਨ ਨੇ ਕਿਸ ਤਰ੍ਹਾਂ ਇਸ ਐਕਟ ਦੇ ਤਹਿਤ ਕਿਸ ਤਰ੍ਹਾਂ ਇਸ ਗੱਲ ਨੂੰ ਲੈ ਕੇ ਸਾਡੇ ਕੰਟੈਂਟ ਨੂੰ ਲੈ ਕੇ ਕੀ ਕਿਹਾ, ਕੀ ਚਾਹੁੰਦੇ ਨੇ, ਕੀ ਕਿਸ ਤਰ੍ਹਾਂ ਕਰਨਾ ਚਾਹੀਦਾ, ਆਲ ਜਿਹੜੀਆਂ ਗੱਲਾਂ ਸਾਡੀਆਂ ਬਹੁਤ ਤਫਸੀਲ ਦੇ ਨਾਲ ਦੱਸੀਆਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੋਨਾਂ ਮਾਹਰਾਂ ਦੇ ਨਾਲ ਕੀਤੀ ਹੋਈ ਗੱਲਬਾਤ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ, ਤਾਂ ਕਿ ਜਿਹੜੇ ਲੋਕ ਇਸ ਚੀਜ਼ ਤੋਂ ਕੁਛ ਨਾ ਕੁਛ ਜਾਗਰੂਕ ਹੋ ਕੇ ਇਸ ਚੀਜ਼ ਦਾ ਬਚਾਅ ਹੋ ਸਕੇ। ਹੁਸ਼ਿਆਰਪੁਰ ਤੋਂ ਹੌਟ ਨਿਊਜ਼ ਇੰਡੀਆ HNI ਦਲਜੀਤ ਅਜਨੂਹਾ।